ਦੋਸਤੋ ਆਓ ਸਭ ਦੀ ਖੈਰ ਮੰਗੀਏ, ਸਭ ਦੇ ਭਲੇ ਦੇ ਲਈ ਅਰਦਾਸ ਕਰੀਏ। ਸਭ ਦੇ ਘਰ ਸੁੱਖ ਹੋਣ, ਖੁਸ਼ੀਆਂ ਹੋਣ, ਪਿਆਰ ਹੋਵੇ, ਸਤਿਕਾਰ ਹੋਵੇ। ਪਰਮਾਤਮਾ ਦੇ ਬਾਣੇ ਨੂੰ ਮੰਨਣ ਦੀ ਤਾਕਤ ਹੋਵੇ ਹਰ ਇੱਕ ਦੇ ਵਿੱਚ। ਇਹੀ ਅਰਦਾਸ ਕਰੀਏ ਸਭ ਦੇ ਸੁੱਖਾਂ ਦੇ ਵਾਸਤੇ, ਸਭ ਦੇ ਭਲੇ ਦੇ ਵਾਸਤੇ। ਹਰ ਜੀਵ ਪ੍ਰਾਣੀ ਤੰਦਰੁਸਤ ਹੋਵੇ ਇਸ ਧਰਤੀ ਤੇ, ਇਸ ਪਲੈਨਟ ਤੇ। ਕੁਝ ਗੱਲਾਂ ਦੀ ਸਾਂਝ ਪਾਉਂਦੇ ਹਾਂ। ਜੇ ਇਨਸਾਨ ਨੇ ਸਿੱਖਣਾ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਿੱਖ ਸਕਦਾ। ਜੇ ਸਿੱਖਣਾ ਹੀ ਨਹੀਂ ਤੇ ਬੇਸ਼ੱਕ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਅਸੀਂ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਨਹੀਂ ਬਦਲ ਸਕਦੇ। ਸਾਡੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਨੂੰ ਦਾਸ ਨੇ ਅੱਗੇ ਵੀ ਜ਼ਿਕਰ ਕੀਤਾ, ਅੰਕਲ ਉਪਾਸ਼ਕ ਜੀ ਕਹਿੰਦੇ ਨੇ, ਉਹਨਾਂ ਨੇ ਇੱਕ ਵਾਰੀ ਗੱਲ ਸੁਣਾਈ ਸੀ, ਆਪ ਜੀ ਨਾਲ ਸ਼ੇਅਰ ਕਰਦਾ। ਜਦੋਂ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਤਾਂ ਉਹਨਾਂ ਨੇ ਅਰਦਾਸ ਕੀਤੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਸੱਚਿਆ ਪਾਤਸ਼ਾਹ ਮੈਨੂੰ ਤਾਕਤ ਦੇਈਂ ਕਿ ਮੈਂ ਦੁਨੀਆ ਨੂੰ ਬਦਲ ਸਕਾਂ। ਜਿੱਦਾਂ ਮੇਰੇ ਤੇ ਕਿਰਪਾ ਹੋਈ ਹੈ, ਮੈਨੂੰ ਤੂੰ ਤਾਕਤ ਦਿੱਤੀ ਏ, ਮੇਰੀ ਸੋਚ ਬਦਲ ਗਈ, ਮੇਰਾ ਰਹਿਣ ਸਹਿਣ ਬਦਲ ਗਿਆ, ਖਾਣ ਪੀਣ ਬਦਲ ਗਿਆ, ਮੇਰਾ ਜ਼ਿੰਦਗੀ ਜਿਉਣ ਦਾ ਜੋ ਸਲੀਕਾ ਸੀ ਪਹਿਲਾਂ ਤੇ ਹੁਣ ਬਹੁਤ ਹੀ ਜ਼ਿਆਦਾ ਚੇਂਜਿਸ ਉਹਦੇ ਵਿੱਚ ਆ ਗਈਆਂ। ਤੇ ਮੈਨੂੰ ਤਾਕਤ ਦੇ ਕਿ ਮੈਂ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਵੀ ਜਾਵਾਂ ਤੇ ਮੈਂ ਤੇਰਾ ਸੰਦੇਸ਼, ਮੈਂ ਸਤਿਗੁਰ ਦਾ ਮੈਸੇਜ ਗਲੀ ਗਲੀ, ਮੁਹੱਲੇ ਮੁਹੱਲੇ, ਪਿੰਡ ਪਿੰਡ, ਸ਼ਹਿਰ ਸ਼ਹਿਰ, ਦੇਸ਼ ਵਿਦੇਸ਼ ਦੇ ਸਕਾਂ। ਇਹ ਉਹਨਾਂ ਦੇ ਅਲਫਾਜ਼ ਨੇ। ਉਹਨਾਂ ਨੇ ਦੱਸਿਆ ਕਿ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ, ਅੱਗੇ ਵੱਧਦਾ ਗਿਆ, ਤੇ ਮੈਂ ਰੀਅਲਾਈਜ਼ ਕੀਤਾ ਕਿ ਮੈਂ ਦੁਨੀਆ ਨੂੰ ਨਹੀਂ ਬਦਲ ਸਕਦਾ। ਫਿਰ ਉਹਨਾਂ ਨੇ ਅਰਦਾਸ ਕੀਤੀ ਕਿ ਸੱਚਿਆ ਪਾਤਸ਼ਾਹ ਮੈਨੂੰ ਤਾਕਤ ਦੇ ਕਿ ਜੋ ਵੀ ਮੇਰੇ ਸੰਪਰਕ ਦੇ ਵਿੱਚ ਆਵੇ, ਜੋ ਵੀ ਮੈਨੂੰ ਮਿਲੇ ਜਾਂ ਮੈਂ ਜਿਹਨੂੰ ਮਿਲਾਂ, ਮੈਂ ਉਹਨੂੰ ਬਦਲ ਸਕਾਂ। ਫਿਰ ਉਹਨਾਂ ਨੇ ਦੱਸਿਆ ਕਿ ਸਮਾਂ ਲੰਘਦਾ ਗਿਆ, ਸਮਾਂ ਇਸ ਤਰ੍ਹਾਂ ਹੀ ਤੇਜ਼ੀ ਦੇ ਨਾਲ ਅੱਗੇ ਤੋਂ ਅੱਗੇ ਵੱਧਦਾ ਗਿਆ, ਤੇ ਮੈਂ ਫਿਰ ਰੀਅਲਾਈਜ਼ ਕੀਤਾ ਕਿ ਮੈਂ ਆਪਣੇ ਸੰਪਰਕ ਦੇ ਵਿੱਚ ਜੋ ਵੀ ਲੋਕ ਆਏ ਨੇ, ਮੈਂ ਉਹਨਾਂ ਨੂੰ ਵੀ ਨਹੀਂ ਬਦਲ ਸਕਿਆ। ਫਿਰ ਉਹਨਾਂ ਨੇ ਅਰਦਾਸ ਕੀਤੀ ਕਿ ਹੈ ਪਰਵਰਦਿਗਾਰ, ਹੈ ਦੋ ਜਹਾਂ ਦੇ ਵਾਲੀ, ਹੈ ਸੱਚੇ ਪਾਤਸ਼ਾਹ ਮੈਨੂੰ ਤਾਕਤ ਦੇ ਕਿ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਬਦਲ ਸਕਾਂ। ਇਹ ਅਰਦਾਸ ਉਹਨਾਂ ਨੇ ਕੀਤੀ ਪਰਮਾਤਮਾ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਮੈਨੂੰ ਤਾਕਤ ਦੇ ਕਿ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਬਦਲ ਸਕਾਂ। ਮੈਂ ਦੁਨੀਆ ਨੂੰ ਨਹੀਂ ਬਦਲ ਸਕਿਆ, ਮੈਂ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਨਹੀਂ ਬਦਲ ਸਕਿਆ, ਤੇ ਮੈਨੂੰ ਤਾਕਤ ਦੇ ਕਿ ਮੈਂ ਦੁਨੀਆ ਆਪਣੇ ਘਰ ਦੇ ਮੈਂਬਰਾਂ ਨੂੰ ਹੀ ਬਦਲ ਸਕਾਂ। ਫਿਰ ਸਮਾਂ ਗੁਜ਼ਰਦਾ ਗਿਆ, ਬੀਤਦਾ ਗਿਆ। ਉਹਨਾਂ ਨੇ ਫਿਰ ਦੱਸਿਆ ਕਿ ਮੈਂ ਫਿਰ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਹੱਥ ਖੜੇ ਨੇ, ਮੈਂ ਆਪਣੇ ਪਰਿਵਾਰ ਤੱਕ ਵੀ ਬਹੁਤ ਕੋਸ਼ਿਸ਼ ਕੀਤੀ, ਮੈਂ ਨਹੀਂ ਬਦਲ ਸਕਿਆ। ਹੁਣ ਮੈਂ ਤੇਰੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਮੈਨੂੰ ਤਾਕਤ ਦੇ, ਮੈਂ ਖੁਦ ਨੂੰ ਬਦਲ ਸਕਾਂ, ਮੈਂ ਖੁਦ ਨੂੰ ਬਦਲ ਸਕਾਂ। ਬਦਲਣਾ ਇਨਸਾਨ ਨੇ ਖੁਦ ਹੁੰਦਾ। ਇਹ ਉਹਨਾਂ ਦਾ ਮੋਰਲ ਸੀ ਇਸ ਗੱਲ ਦਾ ਕਹਿਣ ਦਾ ਕਿ ਆਓ ਬਦਲੀਏ ਤਾਂ ਬਦਲੀਏ ਖੁਦ ਨੂੰ। ਜੇ ਅਸੀਂ ਦੂਸਰੇ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੇ
ਜਾਂ ਅਸੀਂ ਦੂਸਰੇ ਦੇ ਬਦਲਾਅ ਦੇ ਵਿੱਚ ਆਪਣੀ ਖੁਸ਼ੀ ਸਮਝਾਂਗੇ ਤਾਂ ਇਹ ਇਦਾਂ ਨਹੀਂ ਹੋਣਾ। ਗੱਲ ਦਿਮਾਗ 'ਚ ਆਈ ਸੀ ਥੋੜੀ ਜਿਹੀ, ਅੱਧੀ ਕਾਈ ਸੀ, ਅੱਧੀ ਭੁੱਲ ਗਈ ਕਿ ਪਰਮਾਤਮਾ ਦੇ ਹੁਕਮਾਂ ਦੇ ਜੇ ਮੁਤਾਬਕ ਅਸੀਂ ਚੱਲਣਾ ਤਾਂ ਸਾਨੂੰ ਖੁਦ ਨੂੰ ਬਦਲਣਾ ਪਹਿਲਾਂ ਪਏਗਾ। ਖੁਦ ਨੂੰ, ਜੇ ਅਸੀਂ ਖੁਦ ਨੂੰ ਨਹੀਂ, ਜੇ ਦੇਖੋ ਮੈਂ ਆਪਣੀ ਗੱਲ ਕਰਦਾ, ਮੈਂ ਇੱਥੇ ਬੈਠ ਕੇ ਬਹੁਤ ਐਵੇਂ ਗੱਲਾਂ ਕਰ ਦਿੰਦਾ, ਵਾਧੂ ਘਾਟੂ, ਕਈ ਦਫਾ ਕਈਆਂ ਗੱਲਾਂ ਦਾ ਮਤਲਬ ਹੁੰਦਾ ਨਹੀਂ ਹੁੰਦਾ, ਜਦੋਂ ਬਾਅਦ ਵਿੱਚ ਰੀਅਲਾਈਜ਼ ਕਰੀਦਾ ਕਿ ਨਹੀਂ ਇਹ ਗੱਲ ਜਿਹੜੀ ਸੀ ਕੋਈ ਪਾਏਦਾਰ ਨਹੀਂ ਸੀ, ਕੋਈ ਦਮਦਾਰ ਗੱਲ ਨਹੀਂ ਸੀ, ਇਸ ਦਾ ਕਾਰਨ ਨਾ ਕਰਨ ਦਾ ਕੋਈ ਫਾਇਦਾ ਤਾਂ ਹੋਇਆ ਨਹੀਂ, ਜਾਂ ਮੈਨੂੰ ਵੀ ਨਹੀਂ ਹੋਇਆ ਜਾਂ ਦੱਸਣ ਨਾਲ ਵੀ ਨਹੀਂ ਹੋਇਆ। ਇੱਥੇ ਬੈਠ ਕੇ ਮੈਂ ਜਿੰਨੀਆਂ ਮਰਜ਼ੀ ਆਪ ਜੀ ਦੇ ਨਾਲ ਗੱਲਾਂ ਸਾਂਝੀਆਂ ਕਰੀ ਜਾਵਾਂ, ਇੱਥੇ ਬੈਠ ਕੇ ਮੈਂ ਜਿੰਨੇ ਮਰਜ਼ੀ ਪਾਠ ਪੂਜਾ ਦੀਆਂ ਗੱਲਾਂ ਕਰਾਂ, ਸ਼ਲੋਕ ਬੋਲਾਂ ਆਪ ਜੀ ਨਾਲ, ਬਹੁਤ ਵਧੀਆ ਕਹਾਣੀਆਂ ਵੀ ਸੁਣਾਵਾਂ, ਹਿਸਟਰੀ ਦੱਸਾਂ ਆਪ ਜੀ ਨੂੰ, ਪਰ ਇਹਦੇ ਨਾਲ ਕੁਝ ਬਦਲਣ ਵਾਲਾ ਨਹੀਂ। ਬਦਲਣਾ ਮੈਂ ਸੀ ਖੁਦ, ਬਦਲਣਾ ਮੈਂ ਸੀ ਖੁਦ। ਇੱਕ ਕੋਈ ਖਰੀਦਦਾਰ ਮੂਰਤੀ ਲੈਣ ਵਾਸਤੇ ਗਿਆ ਕਿਸੇ ਮੂਰਤੀਆਂ ਵੇਚਣ ਵਾਲੀ ਦੁਕਾਨ ਤੇ, ਤਾਂ ਉਸਦੀ ਨਿਗਾਹ ਘੁੰਮਦੇ ਘੁਮਾਉਂਦਿਆਂ 3 ਮੂਰਤੀਆਂ ਤੇ ਪਈ। 3 ਮੂਰਤੀਆਂ ਜਿਹੜੀਆਂ ਸੀ ਉਹ ਸੇਮ, ਉਹਨਾਂ ਦੀ ਹਾਈਟ, ਵਿਥ, ਸ਼ਕਲੋ ਸੂਰਤ, ਨੱਕ, ਮੂੰਹ, ਤੁਸੀਂ ਦੱਸ ਨਹੀਂ ਸਕਦੇ ਸੀ ਇਹਨਾਂ 3 ਮੂਰਤੀਆਂ ਦੇ ਵਿੱਚ ਕੀ ਫਰਕ ਹੈ। ਐਗਜ਼ੈਕਟਲੀ ਸੇਮ ਲੱਗਦੀਆਂ ਸੀ 3 ਮੂਰਤੀਆਂ। ਪਰ ਜਦੋਂ ਉਸਨੇ ਪ੍ਰਾਈਸ ਪੁੱਛੀ ਉਸ ਦੁਕਾਨਦਾਰ ਦੇ ਕੋਲੋਂ, ਤਾਂ ਉਸਨੇ 3 ਮੂਰਤੀਆਂ ਦੀ ਪ੍ਰਾਈਸ ਵੱਖਰੀ ਦੱਸੀ। ਪਹਿਲੀ ਮੂਰਤੀ ਦੀ ਪ੍ਰਾਈਸ ਦੱਸੀ ਵੀ ਇੰਨੇ ਦੀ ਮੂਰਤੀ ਹੈ। ਮੰਨ ਲਓ ਵੀ ਉਹ 100 ਰੁਪਏ ਦੀ ਮੂਰਤੀ ਹੋਏਗੀ, ਜਾਓ ਕਿਸੇ ਵੀ ਕਰੰਸੀ ਨੂੰ ਤੁਸੀਂ ਲੈ ਲਓ ਕਿ ਉਹ 100 ਦੀ ਹੋਏਗੀ। ਦੂਸਰੀ ਮੂਰਤੀ ਉਸਨੇ ਕਿਹਾ ਕਿ ਇਹ 150 ਦੀ ਹੈ। ਤੀਸਰੀ ਮੂਰਤੀ ਉਸਨੇ ਕਿਹਾ ਕਿ ਸਭ ਤੋਂ ਜ਼ਿਆਦਾ ਐਕਸਪੈਂਸਿਵ ਹੈ, 200 ਦੀ ਹੈ। ਇਹਨਾਂ 3 ਮੂਰਤੀਆਂ ਦੇ ਵਿੱਚ ਖਾਸੀਅਤ ਨੇ। ਉਹਨੇ ਪੁੱਛਿਆ ਖਾਸੀਅਤ ਮੈਨੂੰ ਕੋਈ ਲੱਗਦੀ ਤਾਂ ਹੈ ਨਹੀਂ, ਪਰ ਜੇ ਤੂੰ ਕਹਿਣਾ ਤਾਂ ਮੈਨੂੰ ਦੱਸ ਵੀ ਇਹਨਾਂ 3 ਮੂਰਤੀਆਂ ਦੇ ਵਿੱਚ ਕੀ ਡਿਫਰੈਂਟ ਹੈ, ਕੀ ਇਹਨਾਂ ਦੇ ਵਿੱਚ ਫਰਕ ਹੈ। ਪਹਿਲੀ ਮੂਰਤੀ ਜਿਹੜੀ ਸਸਤੀ ਸੀ, ਉਸਨੇ ਦੱਸਿਆ ਕਿ ਇਸ ਦੇ ਕੰਨ ਦੇ ਵਿੱਚ ਡੱਖਾ ਪਾਓ ਨਾ, ਇੱਧਰੋਂ ਦੂਸਰੇ ਕੰਨ ਥਾਣੀ ਬਾਹਰ ਨਿਕਲ ਜਾਂਦਾ, ਇਸ ਕਰਕੇ ਸਸਤੀ ਹੈ। ਇਸ ਦਾ ਕਹਿਣ ਦਾ ਭਾਵ ਇਹ ਸੀ ਕਿ ਜਦੋਂ ਅਸੀਂ ਕਈ ਦਫਾ ਕੋਈ ਗੱਲ ਸੁਣਦੇ ਹਾਂ ਜ਼ਿੰਦਗੀ ਦੇ ਵਿੱਚ, ਉਹ ਅਸੀਂ ਸੁਣਦੇ ਹਾਂ ਪਰ ਅਮਲ ਨਹੀਂ ਕਰਦੇ। ਅਸੀਂ ਉਸ ਨੂੰ ਜ਼ਿੰਦਗੀ ਦੇ ਵਿੱਚ ਢਾਲਦੇ ਨਹੀਂ, ਉਹ ਬਸ ਇੱਧਰੋਂ ਸੁਣੀ ਤੇ ਇੱਧਰੋਂ ਨਿਕਲ ਗਈ। ਇਸ ਕਰਕੇ ਇਸ ਮੂਰਤੀ ਦੀ ਕੀਮਤ ਬਹੁਤ ਜ਼ਿਆਦਾ ਸਸਤੀ ਹੈ। ਇਨਸਾਨ ਦੀ ਕੀਮਤ ਵੀ ਸੋਚ ਦੇ ਮੁਤਾਬਕ, ਸਮਝ ਦੇ ਮੁਤਾਬਕ ਇੰਨੀ ਕਿ ਸਸਤੀ ਹੈ ਉਸ ਇਨਸਾਨ ਦੀ ਜਿਹੜਾ ਸੁਣਦਾ ਹੈ ਤੇ ਇੱਧਰੋਂ ਕੱਢ ਦਿੰਦਾ ਉਸ ਮੂਰਤੀ ਦੀ ਤਰ੍ਹਾਂ। ਦੂਸਰੀ ਮੂਰਤੀ ਜਿਹੜੀ ਸੀ ਉਹ ਥੋੜੀ ਜਿਹੀ ਐਕਸਪੈਂਸਿਵ ਸੀ। ਉਸਨੇ ਕਿਹਾ ਇਹ ਕਿਉਂ ਐਕਸਪੈਂਸਿਵ ਹੈ, ਤਾਂ ਉਸਨੇ ਕਿਹਾ ਕਿ ਜਦੋਂ ਇਹਦੇ ਕੰਨ ਵਿੱਚ ਡੱਖਾ ਪਾਓ ਨਾ, ਇਸ ਦੇ ਮੂੰਹ ਥਾਣੀ ਬਾਹਰ ਨਿਕਲ ਜਾਂਦਾ ਹੈ, ਇਸ ਕਰਕੇ ਥੋੜੀ ਜਿਹੀ ਐਕਸਪੈਂਸਿਵ ਹੈ। ਇਸ ਦਾ ਕੀ ਮਤਲਬ ਸੀ ਕਿ ਜਦੋਂ ਅਸੀਂ ਕੋਈ ਗੱਲ ਚੰਗੀ ਸੁਣਦੇ ਹਾਂ ਜਿਸ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਹੈ, ਅਸੀਂ ਸੁਣਦੇ ਹਾਂ, ਪਰ ਅਸੀਂ ਇੱਧਰੋਂ ਤਾਂ ਚਲੋ ਨਹੀਂ ਕੱਢਦੇ ਕੰਨ ਦੇ ਦੂਸਰੇ ਪਾਸਿਓਂ, ਅਮਲ ਨਹੀਂ ਕੀਤਾ। ਜਿਸ ਤਰ੍ਹਾਂ ਐਗਜ਼ਾਮਪਲ ਲੈ ਲਓ ਕਿ ਮੈਂ ਇਹ ਗੱਲ ਸੁਣੀ ਬਈ ਝੂਠ ਨਹੀਂ ਬੋਲਣਾ, ਸੱਚ ਬੋਲਣਾ, ਇਹ ਮੈਂ ਗੱਲ ਸੁਣ ਲਈ ਇਸ ਕੰਨ ਥਾਣੀ, ਆਪ ਮੈਂ ਅਮਲ ਨਹੀਂ ਕੀਤਾ, ਬੋਲ ਕੇ ਦੱਸ ਦਿੱਤਾ। ਜਿਸ ਤਰ੍ਹਾਂ ਮੈਂ ਹੁਣ ਆਪ ਜੀ ਨਾਲ ਗੱਲਾਂ ਕਰ ਰਿਹਾ ਇੱਥੇ ਸਕਰੀਨ ਤੇ, ਮੈਂ ਸੁਣਿਆ ਪਰ ਮੈਂ ਆਪ ਅਮਲ ਨਹੀਂ ਕੀਤਾ, ਮੈਂ ਦੂਸਰੇ ਨੂੰ ਦੱਸਤਾ ਪਰ ਦੂਸਰੇ ਨੇ ਅਮਲ ਕਰ ਲਿਆ, ਉਹਨੇ ਆਪਣੀ ਜ਼ਿੰਦਗੀ 'ਚ ਬਦਲਾਅ ਲੈ ਆਂਦਾ। ਮੈਂ ਨਹੀਂ ਲਿਆਂਦਾ, ਉਹ ਦੂਸਰੇ ਨੇ ਮੇਰੀ ਗੱਲ ਮੇਰੇ ਮੂੰਹੋਂ ਸੁਣਿਆ, ਉਹਨੇ ਬਦਲਾਅ ਲਿਆਂਦਾ, ਉਹਨੇ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰ ਲਈ। ਇਸ ਕਰਕੇ ਮੇਰੀ ਜਿਹੜੀ ਕੀਮਤ ਹੈ ਥੋੜੀ ਜਿਹੀ ਜ਼ਿਆਦਾ ਹੈ, ਪਰ ਮੈਂ ਫਿਰ ਵੀ
ਉਸ ਐਕਸਪੈਂਸਿਵ ਮੂਰਤੀ ਦੇ ਨਾਲੋਂ ਅਜੇ ਵੀ ਥੱਲੇ ਆ। ਉਹ ਕਿਉਂ? ਆਪਾਂ ਥਰਡ ਮੂਰਤੀ ਦੀ ਗੱਲ ਕਰਦੇ ਹਾਂ। ਤੀਸਰੀ ਮੂਰਤੀ ਬਾਰੇ ਪੁੱਛਿਆ ਕਿ ਇਹ ਸਭ ਤੋਂ ਜ਼ਿਆਦਾ ਮਹਿੰਗੀ ਹੈ ਕਿਉਂਕਿ ਇਹ ਜੋ ਸੁਣਦਾ, ਜੋ ਇਹਦੇ ਕੰਨ ਵਿੱਚ ਡੱਖਾ ਪੈਂਦਾ, ਜਦੋਂ ਹੀ ਪੈਂਦਾ, ਇਹ ਨਾ ਤਾਂ ਇੱਧਰੋਂ ਕੰਨ ਦੇ ਬਾਹਰ ਨਿਕਲਦਾ, ਨਾ ਮੂੰਹ ਥਾਣੀ ਬਾਹਰ ਨਿਕਲਦਾ, ਇਹ ਢਿੱਡ ਦੇ ਵਿੱਚ ਰਹਿ ਜਾਂਦਾ। ਉਸਨੇ ਦੱਸਿਆ ਕਿਉਂਕਿ ਇਨਸਾਨ ਜਦੋਂ ਕੋਈ ਗੱਲ ਸੁਣਦਾ, ਉਹ ਨਾ ਤਾਂ ਇੱਧਰੋਂ ਕੰਨ ਚੋਂ ਬਾਹਰ ਕੱਢਦਾ, ਨਾ ਮੂੰਹੋਂ ਬੋਲ ਕੇ ਦੱਸਦਾ, ਉਹ ਆਪਣੇ ਅਮਲ ਦੇ ਵਿੱਚ ਲੈ ਕੇ ਆਉਂਦਾ। ਉਸ ਨੂੰ ਪਹਿਲਾਂ ਅਪਲਾਈ ਕਰਦਾ ਆਪਣੇ ਆਪ ਤੇ, ਖੁਦ ਤੇ। ਜਿਸ ਤਰ੍ਹਾਂ ਆਪ ਜੀ ਨੇ ਕਈ ਦਫਾ ਕਹਾਣੀ ਸੁਣੀ ਹੈ, ਦੱਸ ਫਿਰ ਆਪ ਜੀ ਦੇ ਨਾਲ ਥੋੜੀ ਜਿਹੀ ਸਾਂਝ ਪਾਦਾ ਹੈ। ਕੋਈ ਬੱਚਾ ਸੀ, ਉਹ ਬੜਾ ਕਹਿੰਦੇ ਗੁੜ ਖਾਂਦਾ ਸੀ, ਜਾਂ ਕੋਈ ਚਾਕਲੇਟ ਖਾਂਦਾ ਸੀ, ਜਾਂ ਮਿੱਠਾ ਖਾਂਦਾ ਸੀ। ਉਹ ਕਿਸੇ ਬਜ਼ੁਰਗ ਦੇ ਕੋਲ ਗਏ, ਕੋਈ ਵੈਦ ਹਕੀਮ ਦੇ ਕੋਲ, ਤਾਂ ਉਸਨੂੰ ਪੁੱਛਿਆ, ਉਸ ਵੈਦ ਹਕੀਮ ਨੂੰ ਉਸਦੀ ਮਾਂ ਨੇ, ਕਿ ਵੈਦ ਹਕੀਮ ਸਾਹਿਬ ਵੀ ਮੇਰਾ ਬੱਚਾ ਜੋ ਹੈ ਇਹ ਬੜਾ ਮਿੱਠਾ ਖਾਂਦਾ ਹੈ, ਤੁਸੀਂ ਇਸ ਦਾ ਇਲਾਜ ਕਰੋ। ਉਸਨੇ ਕਿਹਾ ਕਿ ਚਲੋ ਅਗਲੇ ਮਹੀਨੇ ਲੈ ਕੇ ਆਏ। ਅਗਲੇ ਮਹੀਨੇ ਫਿਰ ਲੈ ਕੇ ਗਈ। ਫਿਰ ਕਿਹਾ ਵੀ ਤੁਸੀਂ ਕਿਹਾ ਸੀ ਅਗਲੇ ਮਹੀਨੇ ਲੈ ਕੇ ਆਈ। ਤਾਂ ਉਸਨੇ ਉਸ ਬੱਚੇ ਨੂੰ ਕਿਹਾ ਕਿ ਹਾਂ, ਤੂੰ ਅੱਜ ਤੋਂ ਬਾਅਦ ਗੁੜ ਨਹੀਂ ਖਾਣਾ। ਤਾਂ ਉਸਦੀ ਮਾਂ ਨੇ ਕਿਹਾ ਕਿ ਉਹ ਮਹੀਨਾ ਪਹਿਲਾਂ ਵੀ ਦੱਸ ਸਕਦਾ ਸੀ ਮੈਨੂੰ। ਤਾਂ ਉਸ ਡਾਕਟਰ ਨੇ, ਵੈਦ ਨੇ, ਹਕੀਮ ਨੇ ਗੱਲ ਦੱਸੀ ਕਿ ਭੈਣ ਜੀ, ਉਸ ਮਹੀਨੇ ਜਦੋਂ ਤੁਸੀਂ ਲੈ ਕੇ ਆਏ ਸੀ ਮੇਰੇ ਕੋਲ, ਮੈਂ ਵੀ ਮਿੱਠਾ ਖਾਂਦਾ ਸੀ ਬਹੁਤ, ਮੈਂ ਵੀ ਗੁੜ ਖਾਂਦਾ ਸੀ। ਇਸ ਕਰਕੇ ਜੇ ਮੈਂ ਖੁਦ ਮਿੱਠਾ ਖਾਂਦਾ, ਮੈਂ ਦੂਸਰੇ ਨੂੰ ਕਿੱਦਾਂ ਰੋਕ ਸਕਦਾ ਸੀ? ਇਸ ਕਰਕੇ ਮੈਨੂੰ ਮਹੀਨਾ ਹੋ ਗਿਆ, ਮੈਂ ਮਿੱਠਾ ਨਹੀਂ ਖਾਂਦਾ। ਇਸ ਕਰਕੇ ਅੱਜ ਮੈਂ ਇਹ ਗੱਲ ਕਹਿ ਸਕਦਾ ਤੁਹਾਡੇ ਬੱਚੇ ਨੂੰ ਕਿ ਪੁੱਤਰ ਜੀ, ਮਿੱਠਾ ਨਹੀਂ ਖਾਣਾ। ਆਓ ਦੋਸਤੋ, ਬਦਲਾਓ ਜ਼ਿੰਦਗੀ ਵਿੱਚ ਇਨਸਾਨ ਨੂੰ ਖੁਦ ਆਪਣੇ ਆਪ ਦੇ ਵਿੱਚ ਲੈ ਕੇ ਆਉਣ ਦੀ ਜ਼ਰੂਰਤ ਹੈ, ਨਾ ਕਿ ਦੂਸਰਿਆਂ ਦੇ ਵਿੱਚ। ਅੱਜ ਦਾ ਇਨਸਾਨ ਦੁਖੀ ਕਿਉਂ ਆ? ਕਿਉਂਕਿ ਉਹ ਦੂਸਰੇ ਦੇ ਵਿੱਚ ਬਦਲਾਓ ਚਾਹੁੰਦਾ, ਆਪ ਨਹੀਂ ਬਦਲਣਾ ਚਾਹੁੰਦਾ। ਆਪ ਨਹੀਂ ਬਦਲਣਾ ਚਾਹੁੰਦਾ। ਜਦੋਂ ਆਪ ਬਦਲਾਂਗੇ, ਦੇਖੋ ਸਾਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਜੇ ਸੋਚਦੇ ਕਿ ਜੇ ਹਰ ਬੰਦਾ ਇਹ ਸੋਚੇ ਕਿ ਮੈਂ ਬਦਲਣਾ ਹੈ, ਮੈਂ ਖੁਦ ਨੂੰ, ਆਪਣੇ ਆਪ ਨੂੰ ਬਦਲਣਾ ਹੈ, ਤਾਂ ਸਾਰੀ ਦੁਨੀਆ ਬਦਲ ਜਾਏਗੀ। ਪਰ ਅੱਜ ਦੀ ਦੁਖਦਾਈ ਘਟਨਾ ਇਹ ਹੈ ਹਰ ਇੱਕ ਇਨਸਾਨ ਦੇ ਨਾਲ, ਉਸ ਇਨਸਾਨ ਦੇ ਨਾਲ ਜਿਹੜਾ ਖੁਦ ਨੂੰ ਨਹੀਂ ਬਦਲਣਾ ਚਾਹੁੰਦਾ, ਦੂਸਰੇ ਨੂੰ ਬਦਲਣਾ ਚਾਹੁੰਦਾ ਹੈ। ਆਪ ਆਹੋ ਕਹਿੰਦਾ, ਪਰ ਦੂਸਰੇ ਨੂੰ ਕਹਿੰਦਾ ਤੂੰ ਮੈਨੂੰ ਹਾਂਜੀ ਕਹਿ। ਆਪ ਗਾਲ ਕੱਢ ਕੇ ਗੱਲ ਕਰਦਾ, ਦੂਸਰੇ ਨੂੰ ਕਹਿੰਦਾ ਕਿ ਮੈਨੂੰ ਤੂੰ ਗਾਲ ਨਾ ਕੱਢੀ, ਮੇਰੇ ਨਾਲ ਪਿਆਰ ਨਾਲ ਗੱਲ ਕਰ। ਏਦਾਂ ਨਹੀਂ ਹੋਣਾ। ਪਹਿਲਾ ਬਦਲਾਅ ਖੁਦ ਨੂੰ ਚਾਹੀਦਾ ਹੈ। ਫੇਸਬੁੱਕ ਇੱਕ ਐਸਾ ਮਾਧਿਅਮ ਹੈ ਜ਼ਿੰਦਗੀ ਦਾ, ਇਹਦੇ ਵਿੱਚ ਬੜਾ ਹੀ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ ਵਕਤ ਬੇਵਕਤ ਕਈ ਦਫਾ ਬੈਠੇ ਹੁੰਦੇ ਹਾਂ, ਤਾਂ ਅਸੀਂ ਉਸ ਵੈਬਸਾਈਟ ਤੇ ਚੱਲ ਜਾਈਦਾ, ਫੇਸਬੁੱਕ ਤੇ ਚੱਲ ਜਾਈਦਾ, ਦੇਖੀਦੇ ਆ ਕਿ ਕਿਸੇ ਨੇ ਕੋਈ ਡਾਊਨਲੋਡ ਕੀਤਾ, ਕਿਸੇ ਦੇ ਕਮੈਂਟਸ ਹੁੰਦੇ ਨੇ, ਕਿਸੇ ਦੀ ਕੋਈ ਪਿਕਚਰ ਹੁੰਦੀ ਹੈ ਸੋਹਣੀ, ਮਤਲਬ ਕੋਈ ਫੈਮਿਲੀ ਦੀ ਹੁੰਦੀ ਹੈ, ਅਸੀਂ ਉਹਨਾਂ ਨੂੰ ਲਾਈਕ ਕਰਦੇ ਹਾਂ ਜਾਂ ਕਮੈਂਟ ਪੜ੍ਹਦੇ ਹਾਂ। ਪਰ ਮੇਰੀ ਇੱਕ ਆਦਤ ਹੈ ਕਿ ਮੈਂ ਬਹੁਤ ਘੱਟ ਕਿਸੇ ਦੀ ਕੋਈ ਪਿਕਚਰ ਜਾਂ ਕਮੈਂਟ ਲਾਈਕ ਕਰਦਾ। ਉਨਾ ਚਿਰ ਮੈਂ ਲਾਈਕ ਨਹੀਂ ਕਰਦਾ ਜਿੰਨਾ ਚਿਰ ਮੈਨੂੰ ਖੁਦ ਨੂੰ ਉਹਦੇ ਵਿੱਚੋਂ ਕੁਝ ਸਿੱਖਣ ਨੂੰ ਨਹੀਂ ਮਿਲਦਾ। ਬਹੁਤ ਪੋਸਟਾਂ ਦੇ ਮੈਂ ਹੁਣ ਇਕੱਲੀ ਨੂੰ ਪੋਸਟ ਨੂੰ ਤਾਂ ਲਾਈਕ ਕਰਨ ਨੂੰ ਰਿਹਾ, ਜਾਂ ਇਕੱਲੇ ਕਮੈਂਟ ਨੂੰ ਲਾਈਕ ਕਰਨ ਨੂੰ ਤਾਂ ਰਿਹਾ। ਜਦੋਂ ਕਦੀ ਮੈਨੂੰ ਕਿਸੇ ਕਮੈਂਟ ਦੇ ਵਿੱਚੋਂ ਜਾਂ ਕਿਸੇ ਉਸ ਸ਼ਬਦਾਂ ਦੇ ਵਿੱਚੋਂ ਮੈਨੂੰ ਇਹ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਹਾਂ ਵਾਕਈ ਗੱਲ ਬਹੁਤ ਵਧੀਆ ਹੈ, ਤੇ ਮੇਰੇ ਦਿਲ ਨੂੰ ਟੱਚ ਕਰਦੀ, ਤੇ ਮੈਂ ਉਹ ਲਾਈਕ ਕਰਦਾ ਜ਼ਰੂਰ। ਬੇਸ਼ੱਕ ਉਸ ਬੰਦੇ ਨੂੰ ਮੈਂ ਜਾਣਦਾ ਹੋਵਾਂ ਜਾਂ ਬੇਸ਼ੱਕ ਨਾ ਜਾਣਦਾ ਹੋਵਾਂ, ਮੈਂ ਉਹ ਲਾਈਕ ਦਾ ਬਟਨ ਜ਼ਰੂਰ ਦਬਦਾ। ਜਦੋਂ ਕਦੀ ਵੀ ਫੇਸਬੁੱਕ ਤੇ ਜਾਣ ਦਾ ਮੌਕਾ ਮਿਲਦਾ, ਆਪ ਜੀ ਵੀ ਜਾਂਦੇ ਹੋ, ਆਪ ਜੀ ਵੀ ਫੇਸਬੁੱਕ ਦੇਖਦੇ ਹੋ, ਤੇ ਕਈ ਦਫਾ ਸਾਨੂੰ ਇਸ ਤਰ੍ਹਾਂ ਦੀ ਪੋਸਟਾਂ ਦੇਖਣ ਨੂੰ ਮਿਲਦੀਆਂ। ਉਹ ਪੋਸਟਾਂ ਵਿੱਚ ਪਤਾ ਕੀ ਲਿਖਿਆ ਹੁੰਦਾ? ਕਿਸੇ ਗੁਰੂ ਪੀਰ ਪੈਗੰਬਰ ਦੀ ਇਮੈਜੀਨੇਸ਼ਨ ਜੋ ਬਣੀਆਂ ਨੇ, ਕਿਸੇ ਵੀ ਧਰਮ ਦੀਆਂ, ਜਾਂ ਉਹਨਾਂ ਨੇ ਆਪਣੇ ਇਮੈਜੀਨੇਸ਼ਨ ਦੇ ਹਿਸਾਬ ਦੇ ਨਾਲ ਜੋ ਪਿਕਚਰਾਂ ਬਣਾਈਆਂ ਨੇ ਗੁਰੂਆਂ ਪੀਰਾਂ ਪੈਗੰਬਰਾਂ ਦੀਆਂ, ਚਾਹੇ ਉਹ ਹਿੰਦੂ ਧਰਮ ਹੋਵੇ, ਚਾਹੇ ਉਹ ਸਿੱਖ ਧਰਮ ਹੋਵੇ, ਚਾਹੇ ਉਹ ਹਿੰਦੂ ਧਰਮ ਹੋਵੇ, ਚਾਹੇ ਉਹ ਕ੍ਰਿਸਚੈਨਿਟੀ ਹੋਵੇ, ਕੋਈ ਵੀ ਧਰਮ ਹੋਵੇ, ਕਿਸੇ ਵੀ ਮਜ਼ਹਬ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ, ਅਸੀਂ ਉਸ ਦੀ ਰਿਸਪੈਕਟ ਕਰਦੇ ਹਾਂ। ਪਰ ਕਈ ਦਫਾ ਕੋਈ ਵੀ ਉੱਤੇ ਫੋਟੋ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਫੇਸਬੁੱਕ ਤੇ, ਤਾਂ ਉੱਥੇ ਲਿਖਿਆ ਹੁੰਦਾ ਇਸ ਫੋਟੋ ਨੂੰ ਫਟਾਫਟ ਸ਼ੇਅਰ ਕਰੋ, ਕੁਝ ਚੰਗਾ ਹੋਏਗਾ।
फिर कई दफ़ा लिखिया हुंदा ਇਹਨੂੰ ਕੋਈ ਚੰਗੀ रूह ही इस पिक्चर ਨੂੰ कोई चंगी रूह ही शेयर करेगी, माड़ी रूह शेयर नहीं करेगी, इदा कुछ लिखिया ਹੁੰਦਾ। कहने का भाव यह है कि इस पिक्चर ਨੂੰ ਜਾਂ इस कॉमेंट ਨੂੰ फटाफट शेयर करो तो ਤੁਹਾਡੇ ਲਈ कोई चंगा होएगा। दोस्तों ਕਿਹੜੀ ਸਦੀ ਦੇ ਵਿੱਚ ਅਸੀਂ ਰਹਿੰਦੇ ਹਾਂ? ਕਿਹੜੀ ਸਦੀ ਦੇ ਵਿੱਚ ਜੇ ਫੋਟੋਆਂ ਨੂੰ ਸ਼ੇਅਰ ਕਰਨ ਦੇ ਨਾਲ, ਕਮੈਂਟ ਸ਼ੇਅਰ ਕਰਨ ਦੇ ਨਾਲ, ਕਿਸੇ ਦੀਆਂ ਭਾਵਨਾਵਾਂ ਨੂੰ ਸ਼ੇਅਰ ਕਰਨ ਦੇ ਨਾਲ ਕੋਈ ਚੰਗਾ ਹੁੰਦਾ ਤਾਂ 150 ਕਰੋੜ ਆਬਾਦੀ ਇਕੱਲੇ ਇੰਡੀਆ ਦੀ ਏ। ਤੁਸੀਂ ਹਿਸਾਬ ਲਾਓ ਦੁਨੀਆ ਦੀ ਆਬਾਦੀ ਕਿੰਨੀ ਹੈ। ਇੱਦਾਂ ਸਾਰੇ ਕਰਨ ਲੱਗ ਪਏ, ਦੁਨੀਆ ਪਤਾ ਨਹੀਂ ਕਿੰਨੀ ਖੁਸ਼ ਹੋ ਜਾਏ। ਇੱਦਾਂ ਕੁਝ ਨਹੀਂ ਹੋਣਾ। ਜੋ ਕਮੈਂਟ ਦੇ ਵਿੱਚ ਲਿਖਿਆ ਹੈ ਉਹ ਜਿੰਨਾ ਚਿਰ ਅਪਲਾਈ ਨਹੀਂ ਕਰਦੇ ਅਸੀਂ, ਦੇਖੋ ਜਦੋਂ ਨਾ ਦੇਸੀ ਮਹੀਨਾ ਚੜ੍ਹਦਾ, ਸੰਗਰਾਂਦ ਆਉਂਦੀ ਏ, ਤਾਂ ਸਾਨੂੰ ਹੁਕਮਨਾਮਾ ਆਉਂਦਾ ਫੇਸਬੁੱਕ 'ਤੇ ਹੀ ਪਾਇਆ ਹੁੰਦਾ ਕਈ ਸੱਜਣਾ ਨੇ ਕਿ ਅੱਜ ਜਿਹੜਾ ਵੀ ਇਹ ਮਹੀਨਾ ਚੜ੍ਹਿਆ ਹੈ, ਇਸ ਮਹੀਨੇ ਦਾ ਸਾਰ ਇਹ ਹੈ, ਇਹ ਮਹੀਨਾ ਸਾਨੂੰ ਆਹ ਕਹਿ ਰਿਹਾ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਉਹ ਮਹੀਨੇ ਦਾ ਨਾਂ ਵੀ ਖੁਦ ਲੈਣਾ ਨਹੀਂ ਚਾਹੁੰਦੇ ਉਸ ਦਿਨ। ਅਸੀਂ ਸੋਚਦੇ ਹਾਂ ਵੀ ਦੂਸਰਾ ਬੰਦਾ ਕੋਈ ਮਹੀਨੇ ਦਾ ਨਾਂ ਲਵੇ, ਸਾਨੂੰ ਦੱਸੇ ਤਾਂ ਸਾਡੇ ਲਈ ਭਾਗਾਂ ਵਾਲਾ ਹੋਏਗਾ। ਅਸੀਂ ਕਿੰਨੇ ਵਹਿਮਾਂ ਭਰਮਾਂ ਦੇ ਵਿੱਚ ਪੈ ਗਏ ਹਾਂ। ਪੜ੍ਹਨਾ ਉਸ ਸ਼ਲੋਕ ਨੂੰ ਸੀ, ਪੜ੍ਹਨਾ ਉਸ ਸ਼ਬਦ ਨੂੰ ਸੀ, ਪੜ੍ਹਨਾ ਉਸ ਮਹੀਨੇ ਦੇ, ਚਾਹੇ ਉਹ ਵਿਸਾਖ ਦਾ ਮਹੀਨਾ ਹੈ, ਚਾਹੇ ਉਹ ਕੱਤਕ ਦਾ ਮਹੀਨਾ ਹੈ, ਚਾਹੇ ਉਹ ਬਸੰਤ ਦਾ ਹੈ ਜਾਂ ਪੋਹ ਦਾ ਹੈ, ਕੋਈ ਵੀ ਮਹੀਨਾ ਹੈ, ਉਹਦੇ ਵਿੱਚ ਗੁਰੂਆਂ ਨੇ ਸਾਨੂੰ ਇੱਕ ਸੇਧ ਦਿੱਤੀ ਹੈ ਵੀ ਆਹ ਤੂੰ ਕੰਮ ਕਰ, ਤੇਰੀ ਜ਼ਿੰਦਗੀ ਬਦਲ ਜਾਏਗੀ। ਪਰ ਸਾਡੀ ਬਦਕਿਸਮਤੀ ਇਹ ਹੈ, ਸਿਰਫ ਅਸੀਂ ਉਹਨਾਂ ਨੂੰ ਸ਼ੇਅਰ ਕਰਨ ਤੱਕ ਜਾਂ ਕਿਸੇ ਵੀ ਸੋਸ਼ਲ ਮੀਡੀਆ ਤੇ ਡਾਊਨਲੋਡ ਕਰਨ ਤੱਕ ਹੀ ਸੀਮਤ ਰਹਿ ਗਏ ਹਾਂ। ਸਾਡੀ ਬਦਕਿਸਮਤੀ ਹੈ। ਜਿੰਨੇ ਵੀ ਧਰਮ ਗ੍ਰੰਥ ਦੁਨੀਆ ਤੇ ਨੇ, ਗੁਰੂ ਪੀਰ ਪੈਗੰਬਰ ਔਲੀਏ ਜਿੰਨੇ ਵੀ ਹੋਏ ਨੇ, ਉਹਨਾਂ ਨੇ ਸਾਨੂੰ ਕੋਟੇਸ਼ਨਾਂ ਦਿੱਤੀਆਂ, ਇਹ ਸ਼ਬਦ ਦਿੱਤੇ ਕਿਸੇ ਵੀ ਬਾਣੀ ਦੇ ਰੂਪ ਦੇ ਵਿੱਚ, ਚਾਹੇ ਹਿੰਦੀ ਵਿੱਚ ਹੈ, ਪੰਜਾਬੀ ਵਿੱਚ ਹੈ, ਅੰਗਰੇਜ਼ੀ ਵਿੱਚ ਹੈ, ਉਰਦੂ ਵਿੱਚ ਹੈ, ਫਾਰਸੀ ਵਿੱਚ ਹੈ, ਕਿਸੇ ਭਾਸ਼ਾ ਵਿੱਚ। ਉਹ ਸਾਡੇ ਲਈ ਸੇਧ ਸੀ, ਇੱਕ ਸੇਧ ਸੀ। ਹੁਣ ਮਸਲਾ ਦੇਖੋ, ਜਦੋਂ ਮੈਂ ਇੰਗਲੈਂਡ ਦੇ ਵਿੱਚ ਆਇਆ 1994-95, ਉਦੋਂ ਮੈਂ ਥੋੜੇ ਚਿਰ ਬਾਅਦ ਗੱਡੀ ਸਿੱਖ ਲਈ ਸੀ, ਕਾਰ। ਤੇ ਜਦੋਂ ਕਿਤੇ ਦੂਰ ਦਰਾਡੇ ਜਾਣਾ ਹੁੰਦਾ ਸੀ, ਐਡਰੈਸ ਸਾਡੇ ਕੋਲ ਹੁੰਦਾ ਸੀ ਪਰ ਉਹ ਰਸਤਾ ਨਹੀਂ ਪਤਾ ਹੁੰਦਾ ਸੀ, ਤਾਂ ਅਸੀਂ ਕੀ ਕਰਦੇ ਸੀ, ਇੱਕ ਹੁੰਦੀ ਸੀ ਬੁੱਕ, ਉਹਦਾ ਨਾਮ ਹੁੰਦਾ ਸੀ A to Z। ਉਸ ਬੁੱਕ ਦੇ ਉੱਤੇ ਹੀ ਟਾਈਟਲ ਇਹ ਲਿਖਿਆ ਹੁੰਦਾ ਸੀ A to Z। ਇਹਦਾ ਮਤਲਬ ਹੈ ਤਾਂ A ਤੋਂ ਲੈ ਕੇ Z ਤੱਕ ਜਿੰਨੇ ਵੀ ਐਡਰੈਸ ਨੇ, ਪੋਸਟ ਕੋਡ ਨੇ, ਸਾਰੇ ਇਹਦੇ ਵਿੱਚ ਮੌਜੂਦ ਨੇ। ਤੇ ਤੁਸੀਂ ਆਪਣਾ ਪੋਸਟ ਕੋਡ ਦੇ ਵਿੱਚ ਲੱਭ ਲਓ ਤੇ ਤੁਹਾਨੂੰ ਮੈਂ ਰਸਤਾ ਦੱਸਦਾ ਕਿੱਧਰ ਨੂੰ ਜਾਣਾ। ਤੇ ਅਸੀਂ ਕੀ ਕਰਦੇ ਸੀ, ਪਹਿਲਾਂ 2-4 ਦਿਨ ਪਹਿਲਾਂ ਉਸ ਬੁੱਕ ਨੂੰ ਚੱਕਣਾ, A to Z ਨੂੰ ਚੱਕਣਾ, ਉਸ ਮੈਪ ਜੋ ਬੁੱਕ ਦੇ ਵਿੱਚ ਨਕਸ਼ਾ ਬਣਿਆ ਹੁੰਦਾ ਸੀ, ਐਡਰੈਸ ਲੱਭਣਾ, ਐਡਰੈਸ ਇੱਥੇ ਉਹਨੇ ਪੇਜ ਦੱਸਣਾ, ਇਸ ਪੇਜ ਤੇ ਜਾ ਕੇ ਤੇਰਾ ਨਕਸ਼ਾ ਇਹ ਹੈ, ਕਿੱਥੋਂ ਤੂੰ ਚੱਲਣਾ ਹੈ ਤੇ ਕਿੱਥੇ ਤੂੰ ਜਾਣਾ ਹੈ, ਪੂਰਾ ਨਕਸ਼ਾ ਹੁੰਦਾ ਸੀਗਾ। ਤੇ ਕਈ ਦਫਾ ਇੱਦਾਂ ਹੁੰਦੀ ਸੀ, ਕਈ ਦਫਾ ਇਕੱਲੇ ਨੂੰ ਜਾਣਾ ਪੈਂਦਾ ਹੁੰਦਾ ਸੀ, ਤਾਂ ਨਾਲ ਨਾਲ ਰੁਕਣਾ ਵੀ, ਪੜ੍ਹਨਾ ਵੀ, ਦੇਖਣਾ ਵੀ, ਜਿੱਥੋਂ ਭੁੱਲ ਜਾਣਾ ਉੱਥੇ ਗੱਡੀ ਖੜੀ ਕਰ ਲੈਣੀ, ਫਿਰ ਦੇਖਣਾ ਕਿੱਧਰ ਨੂੰ ਜਾਣਾ। ਤੇ ਕਈ ਦਫਾ ਬੁੱਕ ਹੁੰਦਿਆਂ ਹੋਇਆਂ ਵੀ ਰਸਤਾ ਭੁੱਲ ਜਾਈਦਾ ਸੀ, ਬੁੱਕ ਹੁੰਦਿਆਂ ਹੋਇਆਂ ਵੀ ਰਸਤਾ ਭੁੱਲ ਜਾਈਦਾ ਸੀ। ਫਿਰ ਕਿਸੇ ਸੱਜਣ ਬੇਲੀ ਨੂੰ, ਰਾਹ ਜਾਂਦੇ ਨੂੰ ਜਾਂ ਰਾਹਗੀਰ ਨੂੰ ਪੁੱਛੀਦਾ ਸੀ, ਭਾਈ ਮੈਂ ਜਾਣਾ ਚਾਹੁੰਦਾ ਇਸ ਰਸਤੇ ਨੂੰ, ਇਸ ਐਡਰੈਸ ਤੇ, ਪਲੀਜ਼ ਮੈਨੂੰ ਥੋੜ੍ਹਾ ਜਿਹਾ ਅਗਾਹ ਕਰੋ। ਤਾਂ ਉਹ ਦੱਸਦਾ ਹੁੰਦਾ ਹੈ ਸਾਨੂੰ। ਸਮਾਂ ਬਦਲਦਾ ਗਿਆ ਹੌਲੀ ਹੌਲੀ ਤੇ ਅੱਜ 1994-95 ਤੋਂ ਲੈ ਕੇ 2020 ਆ ਗਿਆ, ਤਕਰੀਬਨ 26 ਸਾਲ ਮੈਨੂੰ ਇਸ ਕੰਟਰੀ 'ਚ ਰਹਿੰਦੇ ਨੂੰ ਹੋ ਗਏ। ਅੱਜ ਦਾ ਜ਼ਮਾਨਾ ਕੀ ਹੈ, ਇੰਡੀਆ ਵਿੱਚ ਵੀ ਹੈ, ਸਾਰੀ ਦੁਨੀਆ ਵਿੱਚ ਹੈ, ਉਹ ਚੱਲਦਾ ਆ ਸਾਇਨਾ ਗੱਡੀ 'ਚ ਲੱਗਾ ਹੁੰਦਾ।
ਜਾਂ ਤੁਸੀਂ ਫੋਨ ਤੇ ਯੂਜ਼ ਕਰ ਸਕਦੇ ਆ। ਇੰਨੀ ਵਧੀਆ ਟੈਕਨੋਲੋਜੀ ਆ ਗਈ। ਸੈਟਨੈਪ ਤੁਸੀਂ ਐਡਰੈਸ ਪਾਓ ਉਹਦੇ ਵਿੱਚ, ਉਹ ਤੁਹਾਨੂੰ ਬੋਲ ਕੇ ਵੀ ਦੱਸਦਾ ਇੱਥੋਂ ਖੱਬੇ ਹੋ ਜਾ, ਇੱਥੋਂ ਸੱਜੇ ਹੋ ਜਾ, ਇੱਥੋਂ ਇੱਧਰ ਨੂੰ ਹੋ ਜਾ, ਇੱਥੇ ਇੱਧਰ ਨੂੰ ਹੋ ਜਾ, ਹੁਣ ਤੂੰ ਐ ਹੋ ਜਾ, ਹੁਣ ਤੂੰ ਔਂ ਹੋ ਜਾ, ਸਾਰਾ ਕੁਝ ਦੱਸਦਾ ਤੁਹਾਨੂੰ ਐਨ ਤਰੀਕੇ ਨਾਲ। ਉੱਥੇ ਜਾ ਕੇ ਲੈ ਕੇ ਜਾਂਦਾ ਤੇ ਨਾਲ ਟਾਈਮਿੰਗ ਵੀ ਦੱਸ ਦਿੰਦਾ, ਇੰਨਾ ਟਾਈਮ ਤੁਹਾਨੂੰ ਲੱਗਣਾ ਹੈ, ਇੰਨੇ ਮਾਈਲ ਜਾਂ ਕਿਲੋਮੀਟਰ ਦਾ ਰਸਤਾ ਤੂੰ ਤੈਅ ਕਰਨਾ ਹੈ, ਪੂਰਾ ਦੱਸ ਦਿੰਦਾ ਹੈ। ਤੇ ਦੋਸਤੋ ਹੁਣ ਤੁਸੀਂ ਕੰਪੇਅਰ ਕਰੋ, ਉਹ ਜਿਹੜੀ A to Z ਬੁੱਕ ਹੈ ਉਹ ਨਹੀਂ ਲੱਭਦੀ ਘਰਾਂ 'ਚ, ਪਤਾ ਨਹੀਂ ਕਿੱਥੇ ਉਹ ਚਲ ਗਈ, ਕਿਉਂਕਿ ਜ਼ਮਾਨਾ ਬਦਲ ਗਿਆ। ਹੁਣ ਜੇ ਕਿਸੇ ਨੂੰ ਇਹ ਕਹੀਏ ਤੂੰ ਭਾਈ ਲੰਡਨ ਨੂੰ ਜਾਣਾ, ਜਾਂ ਤੂੰ ਕਿਤੇ ਬਰਮਿੰਗਮ ਜਾਣਾ, ਜਾਂ ਤੂੰ ਕਿਸੇ ਸ਼ਹਿਰ ਵਿੱਚ ਜਾਣਾ, ਆ A to Z ਦੀ ਬੁੱਕ ਤੂੰ ਲੈ ਜਾ, ਅਗਲਾ ਤੁਹਾਡੇ ਮੂੰਹ ਨਾਲ ਦੇਖਦਾ ਵੀ ਤੂੰ ਕਿਹੜੀ ਦੁਨੀਆ 'ਚ ਫਿਰਦਾ। ਇਹ A to Z ਉਦੋਂ ਸੀ ਜਦੋਂ ਸੈਟਨੈਵ ਨਹੀਂ ਆਏ ਸੀ ਦੁਨੀਆ ਦੇ ਵਿੱਚ। ਜ਼ਮਾਨਾ ਬਦਲ ਗਿਆ, ਗੱਡੀ ਦੇ ਵਿੱਚ ਇੱਦਾਂ ਦਾ ਸਿਸਟਮ ਆਇਆ ਹੈ, ਤੁਸੀਂ ਬਸ ਬੋਲ ਕੇ ਵੀ ਭਰ ਸਕਦੇ ਆ, ਲਿਖਣ ਦੀ ਵੀ ਲੋੜ ਨਹੀਂ, ਬੋਲ ਕੇ ਵੀ ਭਰ ਸਕਦੇ ਆ ਐਡਰੈਸ। ਕਿਹੜੇ ਤੁਸੀਂ A to Z ਦੀ ਗੱਲ ਕਰਦੇ ਆ? ਜਦੋਂ A to Z ਸੀ ਉਦੋਂ ਸੀ, ਹੁਣ ਨਹੀਂ ਹੈ। ਸੌਰੀ, ਬੈਟਰੀ ਥੋੜੀ ਡਾਊਨ ਸੀ, ਇਸ ਕਰਕੇ ਸਾਹ ਜਾ ਰਿਹਾ ਸੀ। ਤੇ ਇਸ ਕਰਕੇ ਗੱਲ ਆਪਾਂ ਛੇਤੀ ਮੁਕਾਉਣੀ ਹੈ। ਜਦੋਂ A to Z ਦਾ ਟਾਈਮ ਸੀ ਉਹ ਟਾਈਮ ਸੀ, ਜਦੋਂ A to Z ਦਾ ਟਾਈਮ ਨਹੀਂ ਹੈ ਤਾਂ ਲੋਕੀ ਪਰਵਾਹ ਨਹੀਂ ਕਰਦੇ। ਮੇਰਾ ਕਹਿਣ ਦਾ ਮਤਲਬ ਇਹ ਹੈ, ਜਦੋਂ ਵੀ ਸਾਨੂੰ ਕੋਈ ਕੋਟੇਸ਼ਨ ਮਿਲਦੀ ਹੈ, ਫੇਸਬੁੱਕ ਤੇ ਮਿਲਦੀ ਹੈ, ਕਿਸੇ ਦੇ ਥਰੂ ਮਿਲਦੀ ਹੈ, ਉਸ ਨੂੰ ਅਪਲਾਈ ਕਰਨਾ ਹੁੰਦਾ ਹੈ ਜ਼ਿੰਦਗੀ 'ਚ। ਬਸ ਜੇ ਇੱਕ ਸਿੱਖ, ਮੈਂ ਇੱਕ ਫਿਲਮ ਦੇਖ ਰਿਹਾ ਸੀ, ਫਿਲਮ ਸੀ ਸਿੰਘ ਵਰਸਿਸ ਕੌਰ, 2-4 ਦਿਨ ਹੀ ਹੋਏ ਆ, ਗਿੱਪੀ ਗਰੇਵਾਲ ਨੇ। ਉਸ ਦੇ ਵਿੱਚ ਉਸਨੇ ਕੀ ਕੀਤਾ, ਉਹ ਕੈਨੇਡਾ ਜਾਂਦਾ ਤਾਂ ਕੈਨੇਡਾ ਵਿੱਚ ਉਸਨੂੰ ਕੋਈ ਗੁਰਦੁਆਰਾ ਜਾਂ ਮੰਦਿਰ ਵਗੈਰਾ ਨਹੀਂ ਲੱਭਦਾ, ਤਾਂ ਉਸਨੂੰ ਚਰਚ ਲੱਭ ਪੈਂਦਾ। ਉਹ ਕਿਸੇ ਨੂੰ ਲੱਭਦਾ ਹੁੰਦਾ, ਉਹ ਚਰਚ ਵਿੱਚ ਸਿਰ ਢੱਕ ਕੇ ਚੱਲ ਜਾਂਦਾ, ਪੈਰ ਨੰਗੇ ਹੁੰਦੇ ਆ। ਜਦੋਂ ਚਰਚ ਵਿੱਚ ਜਾਂਦਾ, ਚਰਚ ਵਿੱਚ ਜਾ ਕੇ ਉਹ ਫੋਟੋ ਵਗੈਰਾ ਦੇਖਦਾ, ਉਹਨੂੰ ਕੋਈ ਲੱਭਦੀ ਨਹੀਂ, ਤਾਂ ਉਹ ਸਿੱਧਾ ਹੋ ਕਹਿੰਦਾ ਵੀ ਹੁਣ ਮੈਨੂੰ ਤਾਂ ਪਤਾ ਨਹੀਂ ਮੈਂ ਅਰਦਾਸ ਕਿੱਥੇ ਕਰਾਂ, ਮੈਂ ਸਿੱਧਾ ਹੀ ਮੂੰਹ ਕਰ ਲੈਂਦਾ ਇੱਧਰ ਨੂੰ, ਜਿੱਧਰ ਨੂੰ ਵੀ ਚਿਹਰਾ ਦਾ ਮਤਲਬ ਮੂੰਹ ਬਣਿਆ ਸੀਗਾ। ਉਹ ਇਹਦੀ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਵੀ ਮੇਰੇ ਸਾਡੇ ਵਾਲੇ ਬਾਬੇ ਨੂੰ ਸੁਨੇਹਾ ਭੇਜ ਦਿਓ ਕਿ ਮੈਂ ਇੱਥੇ ਆ ਗਿਆ ਤਾਂ ਮੈਂ ਇਸ ਬੰਦੇ ਨੂੰ ਲੱਭਦਾ ਫਿਰਦਾ, ਤਾਂ ਪਲੀਜ਼ ਮੇਰੀ ਮਦਦ ਕਰੋ। ਇੰਨੇ ਨੂੰ ਹੀ ਇੱਕ ਕੁੜੀ ਹੋਰ ਉਸ ਚਰਚ ਵਿੱਚ ਆ ਜਾਂਦੀ ਹੈ, ਤਾਂ ਉਸਦਾ ਸਿਰ ਵੀ ਨੰਗਾ ਹੈ, ਉਸਨੇ ਪੈਰਾਂ 'ਚ ਜੁੱਤੀ ਵੀ ਪਾਈ। ਜੇ ਨਹੀਂ ਯਕੀਨ ਤੁਸੀਂ ਫਿਲਮ ਦੇਖ ਸਕਦੇ ਆ, ਸਿੰਘ ਵਰਸਿਸ ਕੌਰ ਹੈ ਸ਼ਾਇਦ ਉਸ ਫਿਲਮ ਦਾ ਨਾਮ। ਤੇ ਉਹ ਉਸਨੂੰ ਗਿੱਪੀ ਗਰੇਵਾਲ ਉਹਨੂੰ ਕਹਿੰਦਾ ਕਿ ਤੂੰ ਇਹ ਗੋਰਿਆਂ ਦੇ ਗੁਰਦੁਆਰੇ ਆਈ ਆ, ਤੇਰਾ ਸਿਰ ਨੰਗਾ, ਪੈਰੀ ਜੁੱਤੀ ਹੈ, ਸਾਡੇ ਮਾਂ-ਬਾਪ ਨੇ ਸਾਨੂੰ ਇਦਾਂ ਨਹੀਂ ਸਿਖਾਇਆ। ਲੌਂਗ ਸਟੋਰੀ ਕੱਟ ਸ਼ੋਰਟ, ਗੱਲ ਮੈਂ ਲਾਗੇ ਕਰਦਾ, ਜਦੋਂ ਇਹ ਗੱਲ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਨਾ, ਬਈ ਕਿਸੇ ਵੀ ਧਰਮ ਨੂੰ ਅਸੀਂ ਜੇ ਅਸੀਂ ਥੋੜਾ ਡੂੰਘਾਈ ਤੱਕ ਦੇਖੀਏ, ਕੋਈ ਕਹਿੰਦਾ ਕਿ ਵਾਈਨ ਪੀਆ ਕਰੋ, ਕੋਈ ਕਹਿੰਦਾ ਵੀ ਸ਼ਰਾਬ ਨਹੀਂ ਪੀਣੀ, ਕੋਈ ਕਹਿੰਦਾ ਵਾਲ ਵਧਾਓ, ਕੋਈ ਕਹਿੰਦਾ ਘਟਾਓ, ਠੀਕ ਹੈ ਜੀ। ਚਰਚ ਵਿੱਚ ਲੋਕੀ ਸ਼ੂ ਪਾ ਕੇ ਸਿਰ ਨੰਗੇ ਜਾਂਦੇ ਨੇ, ਕੀ ਗੱਲ ਉਹਨਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ? ਇੱਦਾਂ ਨਹੀਂ ਹੈ ਗੱਲ, ਇੱਦਾਂ ਰਿਸਪੈਕਟ ਹੈ। ਜਿਸ ਤਰ੍ਹਾਂ ਵੀ ਕੋਈ ਕਰਦਾ ਹੈ, ਹੁਣ ਆਪਾਂ ਗੁਰਦੁਆਰਾ ਸਾਹਿਬ ਜਾਈਦਾ, ਸਿਰ ਢੱਕੀਦਾ, ਪੈਰੀ ਜੁੱਤੀ ਲਾ ਕੇ ਜਾਈਦਾ, ਪੂਰੀ ਰਿਸਪੈਕਟ ਦੇਈਦੀ ਆ। ਤੇ ਜਦੋਂ ਵੀ ਚਰਚ ਜਾਈਦਾ, ਚਰਚ ਦੀ ਮਰਿਆਦਾ ਦੇ ਮੁਤਾਬਕ ਜਾਈਦਾ। ਜੇ ਆਪਾਂ ਨੂੰ ਕਿਤੇ ਮਸੀਤ ਦੇ ਵਿੱਚ ਜਾਣਾ ਪਵੇ ਜਾਂ ਕਿਤੇ ਆਪਣੇ ਮੰਦਿਰ ਵਗੈਰਾ ਜਾਣਾ ਪਵੇ, ਅਸੀਂ ਉਹਨਾਂ ਦੀ ਮਰਿਆਦਾ ਨੂੰ ਫੋਲੋ ਕਰਦੇ ਹਾਂ। ਅਸੀਂ ਕਿਸੇ ਵੀ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਉਂਦੇ, ਨਾ ਹੀ ਪਹੁੰਚਾਉਣੀ ਚਾਹੀਦੀ ਹੈ, ਰਿਸਪੈਕਟ ਪੂਰੀ ਕਰਨੀ ਚਾਹੀਦੀ ਹੈ। ਮੈਂ ਪੁਆਇੰਟ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮਾਤਮਾ ਜਿਹੜਾ ਹੈ ਉਹ ਕਿਸੇ ਵੀ ਕਰਮ ਕਾਂਡ ਦੇ ਨਾਲ ਨਹੀਂ ਬੰਨਿਆ ਹੋਇਆ। ਇਹ ਜ਼ਰੂਰੀ ਨਹੀਂ ਕਿ ਤੁਸੀਂ ਵਾਲ ਕਟਾਉਣ ਦੇ ਨਾਲ ਜਾਂ ਵਾਲ ਵਧਾਉਣ ਦੇ ਨਾਲ ਪਰਮਾਤਮਾ ਮਿਲਣਾ। ਇਹ ਜ਼ਰੂਰੀ ਨਹੀਂ ਕਿ ਵਾਈਨ ਪੀਣ ਨਾਲ ਜਾਂ ਵਾਈਨ ਨਾ ਪੀਣ ਦੇ ਨਾਲ ਤੁਹਾਨੂੰ ਪਰਮਾਤਮਾ ਮਿਲਣਾ, ਨਹੀਂ।
ਜੇ ਮੈਨੂੰ ਪਿਆਸ ਲੱਗੀ ਹੈ, ਮੈਂ ਮਰਦਾ ਜਾਂਦਾ ਪਾਣੀ ਤੋਂ ਬਗੈਰ। ਜੇ ਮੈਨੂੰ ਕੋਈ ਆ ਕੇ ਸਰਦਾਰ ਪਾਣੀ ਪਿਲਾ ਦੇ, ਜਾਂ ਕੋਈ ਹਿੰਦੂ ਪਾਣੀ ਪਿਲਾ ਦੇ, ਜਾਂ ਕੋਈ ਬਾਲ ਕੱਟੇ ਵਾਲਾ, ਬਾਲ ਵਧਾਏ ਵਾਲਾ, ਕੋਈ ਵਾਈਨ ਪੀਂਦਾ ਹੋਇਆ, ਵਾਈਨ ਨਾ ਪੀਂਦਾ ਹੋਇਆ, ਮੈਨੂੰ ਆ ਕੇ ਪਾਣੀ ਪਿਲਾ ਦੇ, ਮੇਰੀ ਜ਼ਿੰਦਗੀ ਬਚਾਏ। ਮੈਂ ਪਾਣੀ ਵੱਲ ਕੌਨਸਨਟਰੇਟ ਕਰਨਾ, ਨਾ ਕਿ ਦੇਣ ਵਾਲੇ ਵੱਲ। ਹੁਣ ਇਹ ਗੱਲ ਹੋਰ ਕਰਿਓ ਕਿ ਆਪਾਂ ਭੋਗ ਪਾ ਦੇਣਾ। ਜਦੋਂ ਕਦੀ ਆਪਾਂ ਹਸਪੀਟਲ ਜਾਂਦੇ ਹਾਂ, ਹਸਪੀਟਲ ਵਿੱਚ ਜਾ ਕੇ ਦੇਖਦੇ ਹਾਂ ਵੀ ਇਸ ਡਾਕਟਰ ਨੇ ਸਾਡੇ ਬੱਚੇ ਦਾ, ਭੈਣ ਦਾ, ਭਰਾ ਦਾ, ਮਾਂ-ਬਾਪ ਦਾ ਇਲਾਜ ਬੜਾ ਹੀ ਵਧੀਆ ਕੀਤਾ, ਜਾਂ ਇਹਨੇ ਗੋਡੇ ਪਵਾਏ ਜੀ, ਇਸ ਡਾਕਟਰ ਨੇ ਗੋਡੇ ਬਹੁਤ ਵਧੀਆ ਪਵਾਏ। ਮੇਰੇ ਆਪਣੇ ਫਾਦਰ ਸਾਹਿਬ ਦੇ ਗੋਡੇ ਅਸੀਂ ਫੋਰਟਿਸ ਹਸਪੀਟਲ ਚੰਡੀਗੜ੍ਹ ਤੋਂ ਪਵਾਏ ਸੀ, ਮੋਹਾਲੀ ਫਿਰਿਆ। ਜਿਸ ਡਾਕਟਰ ਤੋਂ ਪਵਾਏ ਮੈਂ ਨਾਲ ਸੀ, ਮੈਂ ਉੱਥੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ। ਮੈਂ ਉਸ ਡਾਕਟਰ ਦਾ ਕਰੈਕਟਰ ਨਹੀਂ ਦੇਖਿਆ, ਮੈਂ ਉਸ ਡਾਕਟਰ ਦਾ ਇਹ ਨਹੀਂ ਦੇਖਿਆ ਇਹ ਪੱਗ ਬੰਨੀ ਹੈ, ਮੋਨਾ ਹੈ, ਮੈਂ ਇਹ ਨਹੀਂ ਦੇਖਿਆ ਇਹ ਸਿਗਰਟਾਂ ਪੀਂਦਾ, ਸ਼ਰਾਬ ਪੀਂਦਾ, ਮੈਂ ਇਹ ਨਹੀਂ ਦੇਖਿਆ ਇਹਦਾ ਵਿਆਹ ਹੋਇਆ ਨਹੀਂ ਹੋਇਆ, ਮੈਂ ਇਹ ਨਹੀਂ ਦੇਖਿਆ ਇਹਦੇ ਬੱਚੇ ਕਿੰਨੇ ਨੇ ਜਾਂ ਨਹੀਂ ਹੈ, ਮੈਂ ਇਹ ਨਹੀਂ ਦੇਖਿਆ ਇਹ ਧਾਰਮਿਕ ਹੈ ਜਾਂ ਨਾਸਤਿਕ ਹੈ, ਮੈਂ ਕੁਝ ਨਹੀਂ ਦੇਖਿਆ। ਮੈਂ ਇਹ ਦੇਖਿਆ ਕਿ ਇਸ ਬੰਦੇ ਨੇ ਮੇਰੇ ਬਾਪ ਦੇ ਗੋਡੇ 101% ਸਹੀ ਪਾਏ, ਤੇ ਮੈਂ ਉਸਨੂੰ ਰਿਕਮੈਂਡ ਕਰਦਾ ਦੁਨੀਆ ਦੇ ਵਿੱਚ। ਆਓ ਦੋਸਤੋ, ਕਰਮਕਾਂਡ ਵਿੱਚ ਨਾ ਫਸੀਏ। ਜ਼ਿੰਦਗੀ ਬਹੁਤ ਛੋਟੀ ਹੈ। ਜੋ ਸਾਨੂੰ ਦੱਸਿਆ ਜਾਂਦਾ ਬਾਣੀਆਂ ਦੇ ਵਿੱਚ, ਇਸ ਨੂੰ ਫੋਲੋ ਕਰੀਏ, ਫੋਲੋ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ। ਵੱਧ ਘੱਟ ਗੱਲ ਕਹਿ ਗਿਆ ਹੋਵਾਂ ਤਾਂ ਮਾਫੀ ਦਾ ਯਾਚਕਾਂ, ਤੇ ਅੱਗੇ ਤੋਂ ਸੋਹਣੀ ਬਾਣੀ ਸੁਣਨ, ਬੋਲਣ ਤੇ ਸਮਝਣ ਦੀ, ਤੇ ਉਹਨਾਂ ਤੇ ਚੱਲਣ ਦੀ ਤਾਕਤ ਬਖਸ਼ਣਾ।